ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ ਖਬਰਾਂ ਉੱਪਰ ਵਿਚਾਰ ਚਰਚਾ ਕਰਨਗੇ ਸਾਡੇ ਨਾਲ ਸਹਿਯੋਗੀ ਮਨਦੀਪ ਸਿੰਘ ਟੁੱਟ। ਮਨਦੀਪ ਜੀ, ਬਹੁਤ-ਬਹੁਤ ਸਵਾਗਤ ਹੈ। जी बहुत-बहुत धन्यवाद इंद्रप्रीत जी। ਜੀ ਮਨਦੀਪ ਜੀ, ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਬ੍ਰਿਟਿਸ਼ ਕੋਲੰਬੀਆ ਨਾਲ ਜੁੜੀ ਹੋਈ ਖਬਰ ਨਾਲ ਕਰ ਲੈਂਦੇ ਹਾਂ। ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਸਮੇਂ ਜੋ ਹਾਲਾਤ ਬਣੇ ਹੋਏ ਨੇ, ਇਸ ਤੋਂ ਬਾਅਦ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਉਣ ਵਾਲੇ 10 ਦਿਨ ਕਾਫੀ ਕ੍ਰਿਟੀਕਲ ਰਹਿਣ ਵਾਲੇ ਨੇ। ਪਰ ਇਸ ਬਾਰੇ ਹੁਣ ਤਾਜ਼ਾ ਜਾਣਕਾਰੀ ਹੋਰ ਕੀ ਨਿਕਲ ਕੇ ਸਾਹਮਣੇ ਆ ਰਹੀ ਹੈ, ਇਹ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। बिल्कुल जी, जो इस वक्त BC ਦੇ ਵਿੱਚ ਹਾਲਾਤ ਜਿਹੜੇ ਆ ਬਹੁਤ ਨਾਜ਼ੁਕ ਬਣੇ ਹੋਏ ਆ, ਖਾਸ ਕਰਕੇ ਜਿਨ੍ਹਾਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਆ। ਹਾਲਾਂਕਿ ਪਾਣੀ ਉਤਰਨਾ ਸ਼ੁਰੂ ਹੋ ਗਿਆ, ਲੋਕ ਘਰਾਂ ਵੱਲ ਨੂੰ ਜਾ ਰਹੇ ਨੇ, ਪਰ ਘਰਾਂ 'ਚ ਵੀ ਇਸ ਵਕਤ ਜਿਹੜੇ ਹਾਲਾਤ ਬਣੇ ਹੋਏ ਨੇ, ਕੁਝ ਵੀਡੀਓਜ਼ ਅੱਜ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਘਰਾਂ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਪਾਣੀ ਹੱਲੇ ਵੀ ਭਰਿਆ ਹੋਇਆ, ਔਰ ਘਰਾਂ ਦੇ ਵਿੱਚ ਫਰਨੀਚਰ ਦਾ ਜਿਹੜਾ ਸਮਾਨ ਆ, ਸੋਫੇ ਆ ਜਾਂ ਹੋਰ ਸਮਾਨ ਆ, ਉਹ ਤੈਰਦਾ ਹੋਇਆ ਨਜ਼ਰ ਆ ਰਿਹਾ, ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਕੁ ਜਿਹੜਾ ਨੁਕਸਾਨ ਹੈ ਇਸ ਵਕਤ ਲੋਕਾਂ ਨੂੰ ਸਹਿਣਾ ਪਿਆ। ਜੋ ਇਸ ਵਕਤ ਤਸਵੀਰ ਸਾਡੇ ਦਰਸ਼ਕ ਦੇਖ ਰਹੇ ਨੇ, ਅੱਜ ਹੀ ਨਿਕਲ ਕੇ ਸਾਹਮਣੇ ਆਈ ਆ ਐਪਸਪੋਰਟ ਦੇ ਵਿੱਚ, ਜਿੱਥੇ ਕਿ ਬਹੁਤ ਜ਼ਿਆਦਾ ਪਾਣੀ ਭਰ ਗਿਆ ਸੀਗਾ, ਔਰ ਜਦੋਂ ਅੱਜ ਹੁਣ ਲੋਕ ਜਦੋਂ ਪਾਣੀ ਕੁਝ ਘਟਣਾ ਸ਼ੁਰੂ ਹੋਇਆ, ਉੱਥੋਂ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਸੀ। ਹੁਣ ਜਦੋਂ ਲੋਕ ਘਰਾਂ 'ਚ ਵਾਪਸ ਜਾ ਰਿਹਾ ਤਾਂ ਹਾਲੇ ਵੀ ਇਹ ਹਾਲ ਜਿਹੜਾ ਦੇਖਣ ਨੂੰ ਮਿਲ ਰਿਹਾ। ਔਰ BC ਸਰਕਾਰ ਵੱਲੋਂ ਅੱਜ ਜਿਹੜੀ ਹੈ, ਕਿਉਂਕਿ ਹਰ ਰੋਜ਼ ਹੁਣ ਅਪਡੇਟ ਜਿਹੜੀ ਦਿੱਤੀ ਜਾਂਦੀ ਆ, ਕੱਲ ਵੀ ਸਰਕਾਰ ਨੇ ਕਿਹਾ ਸੀ ਕਿ ਆਉਣ ਵਾਲੇ ਜਿਹੜੇ 10 ਦਿਨ ਆ ਉਹ ਬਹੁਤ ਮਹੱਤਵਪੂਰਨ ਹੋਣਗੇ, ਕਿਉਂਕਿ ਆਉਣ ਵਾਲੇ 10 ਦਿਨਾਂ ਵਿੱਚ ਮੌਸਮ ਕਾਫੀ ਖਰਾਬ ਰਹਿ ਸਕਦਾ, ਮੀਂਹ ਵੀ ਪੈ ਸਕਦਾ ਆ, ਔਰ ਨਾਲ ਸਨੋ ਤੇ ਤੇਜ਼ ਹਵਾਵਾਂ ਜਿਹੜੀਆਂ ਵੀ ਚੱਲ ਸਕਦੀਆਂ ਨੇ। ਔਰ ਇੱਕ ਸੀਰੀਜ਼ ਦੱਸਿਆ ਉਹਨਾਂ ਨੇ ਕਿ ਆਉਣ ਵਾਲੇ 10 ਦਿਨਾਂ ਦੇ ਵਿੱਚ ਇੱਕ ਸਟਰੋਮ ਦੀ ਸੀਰੀਜ਼ ਜਿਹੜੀ ਆ ਉਹ ਹਿੱਟ ਕਰ ਸਕਦੀ ਹੈ BC ਦੇ ਇਸੇ ਇਲਾਕੇ ਨੂੰ, ਜਿੱਥੇ ਪਹਿਲਾਂ ਹੜ੍ਹ ਆਏ ਹੋਏ ਨੇ, ਜਿੱਥੇ ਕਿ ਐਪਸਪੋਰਟ, ਹੋਪ, ਇਹ ਚਿਲਾਵੈਕ ਵਰਗੇ ਜਿਹੜੇ ਇਹ ਸਾਰੇ ਸ਼ਹਿਰ ਨੇ। ਇਸ ਤੋਂ ਅੱਗੇ ਨੂੰ ਜਿਹੜੇ ਮੈਰਿਟ ਤੱਕ, ਜਿੱਥੇ ਕਿਉਂਕਿ ਉਹ ਸ਼ਹਿਰ ਨੂੰ ਵੀ ਸਾਰੇ ਨੂੰ ਖਾਲੀ ਕਰਵਾਇਆ ਗਿਆ ਸੀਗਾ। ਸੋ ਇਸ ਤਰੀਕੇ ਨਾਲ BC ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ, ਕੁਝ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ। ਸੋ ਆਪਾਂ ਇੰਦਰਪ੍ਰੀਤ, ਇੱਕ ਸੁਨੇਹਾ BC ਸਰਕਾਰ ਵੱਲੋਂ ਜਿਹੜਾ ਆਇਆ ਪੰਜਾਬੀ ਦੇ ਵਿੱਚ, MLA ਜਗਰੂਪ ਬਰਾੜ ਨੇ ਸਰੀ ਫਲੀਟਵੁੱਡ ਤੋਂ, ਉਹਨਾਂ ਨੇ ਜਿਹੜਾ ਸਰਕਾਰ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ, ਪੰਜਾਬੀ 'ਚ ਅਪਡੇਟ ਦਿੱਤੀ ਆ। ਆਪਾਂ ਉਹ ਸਿੱਧਾ ਸੁਨੇਹਾ ਦਰਸ਼ਕਾਂ ਨੂੰ ਸੁਣਾ ਦਿੰਦੇ ਆ ਕਿ ਸਰਕਾਰ ਵੱਲੋਂ ਕੀ ਅਪਡੇਟ ਦਿੱਤੀ ਗਈ ਆ ਤੇ ਲੋਕਾਂ ਲਈ ਕੀ ਸੁਨੇਹਾ ਦਿੱਤਾ ਗਿਆ ਕਿ ਕਿਸ ਤਰੀਕੇ ਨਾਲ ਬਚਿਆ ਜਾ ਸਕਦਾ ਤੇ ਸਰਕਾਰ ਕੀ ਕਰ ਰਹੀ ਹੈ। ਜੀ ਪਰਮ ਸਤਿਕਾਰਯੋਗ ਦੋਸਤੋ, ਮੈਂ ਜਗਰੂਪ ਬਰਾੜ MLA ਸਰੀ ਫਲੀਟਵੁੱਡ ਅਰਜ਼ ਕਰ ਰਿਹਾ। BC ਸਰਕਾਰ ਵੱਲੋਂ ਹਰ ਰੋਜ਼ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੇ ਲਈ ਜੋ ਕੰਮ ਕੀਤੇ ਜਾ ਰਹੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਅੱਜ ਦੇ ਅਪਡੇਟ ਇਸ ਪ੍ਰਕਾਰ ਹਨ। ਨੰਬਰ 1, এনवायरमेंट ਅਤੇ ਕਲਾਈਮੇਟ ਚੇਂਜ ਵੱਲੋਂ ਕਈ ਲੜੀਵਾਰ ਆਉਣ ਵਾਲੇ ਨਵੇਂ ਤੂਫਾਨ ਦਾ ਫੋਰਕਾਸਟ ਕੀਤਾ ਗਿਆ, ਲਾਇਆ ਗਿਆ। ਆਉਣ ਵਾਲੇ ਹਫ਼ਤੇ ਦੇ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਇਸ ਲਈ ਇਸ ਵਾਸਤੇ ਤਿਆਰ ਰਹਿਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਘਰ, ਆਪਣੀਆਂ ਜਿਹੜੀਆਂ ਪ੍ਰਾਪਰਟੀਜ਼ ਨੇ, ਉਹਨਾਂ ਦੇ ਆਲੇ ਦੁਆਲੇ ਜੋ ਵੀ ਤੁਸੀਂ ਕੰਮ ਕਰ ਸਕਦੇ ਹੋ ਤੂਫਾਨ ਤੋਂ ਬਚਾਉਣ ਦੇ ਲਈ, ਉਹਨੂੰ ਜ਼ਰੂਰ ਕੀਤਾ ਜਾਵੇ। ਔਰ ਇਹਨਾਂ ਦਿਨਾਂ ਦੇ ਵਿੱਚ ਇਹ ਵੀ ਬੇਨਤੀ ਕਰਦੇ ਹਾਂ ਕਿ ਕੋਈ ਟਰੈਵਲ ਜਿਹੜੀ ਬਗੈਰ ਵਜ੍ਹਾ ਉਹ ਨਾ ਕੀਤੀ ਜਾਵੇ, ਔਰ ਗੈਸ ਜਿਹੜੀ ਖਰੀਦਣ ਦੇ ਲਈ ਜਿਹੜੇ ਨਵੇਂ ਰੂਲ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ, ਔਰ ਸਿਰਫ ਉਹੀ ਚੀਜ਼ਾਂ ਖਰੀਦੀਆਂ ਜਾਣ ਜਿਹੜੀਆਂ ਦੀ ਤੁਹਾਨੂੰ ਬਹੁਤ ਜ਼ਰੂਰਤ ਹੈ। ਨੰਬਰ 2, ਹਾਈਵੇ 7 ਉੱਤੇ ਮਿਸ਼ਨ ਅਤੇ ਐਗਸੀਜ਼ ਦੇ ਵਿੱਚ ਦਰਮਿਆਨ ਸਿਰਫ ਜ਼ਰੂਰੀ ਐਸੈਂਸ਼ੀਅਲ ਟਰੈਵਲ ਹੋ ਸਕਦੀ ਹੈ, ਉਸ ਤੋਂ ਇਲਾਵਾ ਕੋਈ ਟਰੈਵਲ ਨਾ ਕੀਤੀ ਜਾਵੇ। ਨੰਬਰ 3, USA ਵੱਲੋਂ ਵਕਤੀ ਤੌਰ ਦੇ ਉੱਤੇ ਸਾਡੇ ਟਰੱਕਰਜ਼ ਨੂੰ ਜਿਹੜੀ USA 'ਚ ਦਾਖਲ ਹੋਣ ਦੇ ਲਈ ਜਿਹੜੀਆਂ ਸ਼ਰਤਾਂ ਨੇ ਉਹਨਾਂ ਦੇ ਵਿੱਚ ਇੱਕ ਵਾਰੀ ਫਿਰ ਹੋਰ ਜਿਹੜੀ ਢਿੱਲ ਹੈ ਉਹ ਦਿੱਤੀ ਗਈ ਹੈ, ਤਾਂ ਕਿ ਜਿਹੜੀਆਂ ਖਾਣ ਪੀਣ ਦੀਆਂ ਵਸਤਾਂ ਨੇ ਜਾਂ ਉਸ ਤੋਂ ਇਲਾਵਾ ਹੋਰ ਚੀਜ਼ਾਂ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਲਿਆਂਦਾ ਜਾ ਸਕੇ। ਨੰਬਰ 5, ਸਾਡੀ ਫੂਡ ਸਪਲਾਈ ਚੇਨ ਜਿਹੜੀ ਹੈਗੀ ਹੈ ਉਹ ਬਹੁਤ ਮਜ਼ਬੂਤ ਅਤੇ ਸਟੇਬਲ ਹੈ। ਇਸ ਵੇਲੇ BC ਦੀ ਜਿਹੜੀ ਡੇਅਰੀ ਇੰਡਸਟਰੀ ਹੈਗੀ ਹੈ ਉਹਦੀ ਜਿਹੜੀ ਸਪਲਾਈ ਨਾਰਮਲ ਦੇ ਕਰੀਬ 80% ਦੇ ਕਰੀਬ ਪਹੁੰਚ ਚੁੱਕੀ ਹੈ। ਸਾਡੀ ਸਪਲਾਈ ਚੇਨ ਦੇ ਲਈ ਇੱਕ ਹੋਰ ਖੁਸ਼ਖਬਰੀ ਹੈ। ਪਿਛਲੀ ਰਾਤ CPOL ਨੇ ਸਾਨੂੰ ਜਿਹੜੇ ਅਪਡੇਟ ਦਿੱਤੇ ਨੇ, ਉਹਨਾਂ ਦੇ ਅਪਡੇਟ ਦਿੱਤੇ ਨੇ, ਉਹਨਾਂ ਦੇ ਮੁਤਾਬਕ ਜਿਹੜਾ ਉਹਨਾਂ ਦਾ ਆਪਰੇਸ਼ਨ ਹੈ ਉਹ ਦੁਬਾਰਾ ਸ਼ੁਰੂ ਉਹ ਹੋ ਚੁੱਕਿਆ। ਨੰਬਰ 7, BC ਸਰਕਾਰ ਦੇ ਵੱਲੋਂ ਇੱਕ ਹੈਲਪਲਾਈਨ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ, ਜਿੱਥੇ ਤੁਸੀਂ ਹੜ੍ਹਾਂ ਨਾਲ ਸੰਬੰਧਿਤ ਕਿਸੇ ਵੀ ਮਸਲੇ ਦੇ ਉੱਤੇ ਗੱਲਬਾਤ ਜਿਹੜੀ ਕਾਲ ਕਰਕੇ ਉਹ ਕਰ ਸਕਦੇ ਹੋ।
ਇਹਦਾ ਜਿਹੜਾ ਫੋਨ ਨੰਬਰ ਹੈਗਾ 187-376-2452 1-833-376-2452। ਅੰਤ ਦੇ ਵਿੱਚ ਮੈਂ ਭਾਰਤੀ ਭਾਈਚਾਰੇ ਦਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਸਾਡੇ ਗੁਰੂ ਘਰਾਂ ਦਾ, ਕਮਿਊਨਿਟੀ ਆਰਗੇਨਾਈਜੇਸ਼ਨ ਦਾ, ਜਿਹੜੀਆਂ ਬਿਜ਼ਨਸ ਆਰਗੇਨਾਈਜੇਸ਼ਨ ਦਾ ਅਤੇ ਉਹ ਸਾਰੇ ਲੋਕਾਂ ਦਾ ਜਿਹੜੇ ਆਪਣੇ ਘਰਾਂ ਨੂੰ ਛੱਡ ਕੇ ਜਿਹੜੇ ਹੜ੍ਹਾਂ ਨਾਲ ਪੀੜਤ ਲੋਕ ਨੇ ਉਹਨਾਂ ਦੀ ਮਦਦ ਦੇ ਲਈ ਬਾਹਰ ਆਏ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਔਰ ਇਹਦੇ ਨਾਲ ਹੀ ਜਿਹੜੀ ਅੱਜ ਦੀ ਸੂਚਨਾ ਹੈ ਉਹ ਇੱਥੇ ਹੀ ਸਮਾਪਤ ਹੁੰਦੀ ਹੈ। ਬਹੁਤ ਮਿਹਰਬਾਨੀ ਜੀ। ਸੋ ਇਸ ਤਰੀਕੇ ਨਾਲ ਪਰਮਸਕਾਰਯੋਗ ਦੋਸਤੋ, ਬਰਾੜ ਹੋਣਾ ਨੇ ਕੁਝ ਜਿਹੜੇ ਮੈਂ ਆ ਜਗਰੂਪ ਉਹ ਬਰਾੜ ਖਾਸ MLA ਸੁਝਾਅ ਸਰੀ ਦਿੱਤਾ ਔਰ ਫਲੀਟਵੁੱਡ। ਇੱਥੋਂ ਤੱਕ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਸ ਤਰੀਕੇ ਨਾਲ ਭਵਿੱਖਬਾਣੀ ਕੀਤੀ ਗਈ ਆ এনवायरमेंट ਕੈਨੇਡਾ ਵੱਲੋਂ ਕਿ ਹੋਰ ਜਿਹੜੇ ਆ ਉਹ ਤੂਫਾਨ ਆ ਸਕਦੇ ਆ, ਮੀਂਹ ਪੈ ਸਕਦਾ, ਔਰ ਇਹ ਕਿਹਾ ਗਿਆ ਕਿ ਜੋ ਕੁਝ ਵੀ ਤੁਸੀਂ ਕਰ ਸਕਦੇ ਹੋ ਥੋੜਾ ਬਹੁਤ ਆਪਣੇ ਘਰ ਨੂੰ ਬਚਾਉਣ ਲਈ ਆਸੇ-ਪਾਸੇ ਕਹਿੰਦੇ ਜ਼ਰੂਰ ਕਰਨਾ ਚਾਹੀਦਾ। ਨਾਲ ਉਹਨਾਂ ਨੇ ਇਹ ਵੀ ਸੁਨੇਹਾ ਦਿੱਤਾ ਕਿਉਂਕਿ ਖਾਸ ਕਰਕੇ ਇਸ ਵਕਤ ਜਦੋਂ ਤੁਸੀਂ ਗੈਸ ਪਾਉਣ ਜਾਂਦੇ ਹੋ ਤਾਂ ਇੱਕ ਤਰ੍ਹਾਂ ਦੀ ਇੱਕ ਲਿਮਿਟ ਜਿਹੜੀ ਆ ਸਰਕਾਰ ਵੱਲੋਂ ਸੈੱਟ ਕੀਤੀ ਗਈ ਹੈ ਕਿ ਤੁਸੀਂ 30 ਲੀਟਰ ਤੋਂ ਵੱਧ ਜਿਹੜੀ ਗੈਸ ਆ ਉਹ ਨਹੀਂ ਖਰੀਦ ਸਕਦੇ। ਸੋ ਉਹ ਵੀ ਇੱਕ ਪਾਲਣ ਕਰਨ ਦੀ ਉਹਨਾਂ ਨੇ ਕਿਹਾ। ਹਾਲਾਂਕਿ ਇਸ ਵਕਤ ਇੱਕ ਛੋਟ ਹੋਰ ਦੇ ਦਿੱਤੀ ਗਈ ਆ BC ਵਾਸੀਆਂ ਲਈ, ਖਾਸ ਕਰਕੇ ਜਿਹੜੇ ਇਲਾਕੇ ਪ੍ਰਭਾਵਿਤ ਨੇ ਇੱਥੇ ਸਰੀ ਵਾਈਟ ਰੌਕ ਦੇ ਲੋਕਾਂ ਲਈ ਵੀ ਰਾਹਤ ਦਿੱਤੀ ਗਈ ਹੈ ਕਿ ਉਹ ਅਮਰੀਕਾ ਤੋਂ ਜਾ ਕੇ ਵੀ ਜਿਹੜਾ ਵਾ ਗੈਸ ਜਾਂ ਗਰੋਸਰੀ ਫੂਡ ਹੋਰ ਸਮਾਨ ਖਰੀਦ ਸਕਦੇ ਆ ਤਾਂ ਉਹਨਾਂ ਨੂੰ PCR ਜਿਹੜਾ RT-PCR ਟੈਸਟ ਹੈ ਉਹ ਤੋਂ ਰਾਹਤ ਦਿੱਤੀ ਜਾਵੇਗੀ। ਸੋ ਇਸ ਤਰੀਕੇ ਨਾਲ ਸਰਕਾਰ ਵੱਲੋਂ ਲਗਾਤਾਰ ਜਿਹੜਾ ਵਾ ਰਾਹਤ ਕਾਰਜ ਵੀ ਜਾਰੀ ਨੇ, ਲਗਾਤਾਰ ਬੋਰੀਆਂ ਭਰੀਆਂ ਜਾ ਰਹੀਆਂ ਨੇ ਸੈਂਡ ਦੀਆਂ। ਆਉਣ ਵਾਲੇ 10 ਦਿਨ ਦੀ ਤਿਆਰੀ ਵੀ ਕੀਤੀ ਜਾ ਰਹੀ ਆ ਤੇ ਲੋਕਾਂ ਨੂੰ ਵੀ ਸਤਰਕ ਰਹਿਣ ਦੀ ਜਿਹੜੀ ਅਪੀਲ ਹੈ ਉਹ ਕੀਤੀ ਜਾ ਰਹੀ ਹੈ। ਜੀ ਮਨਦੀਪ ਜੀ, ਇਹ ਤਾਂ ਗੱਲ ਬ੍ਰਿਟਿਸ਼ ਕੋਲੰਬੀਆ ਦੀ ਹੋਈ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਵੀ ਸਾਹਮਣੇ ਆਈ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਸੁਣਾਈ ਹੈ। ਪਰ ਇਸ ਤੋਂ ਬਾਅਦ ਐਬਸਫੋਰਡ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਬਾਰੇ ਵੀ ਲਗਾਤਾਰ ਅਪਡੇਟ ਦਿੱਤੀ ਜਾ ਰਹੀ ਹੈ ਤੇ ਹੁਣ ਇੱਥੇ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ? ਬਿਲਕੁਲ ਜੀ, ਐਬਸਫੋਰਡ ਦੇ ਵਿੱਚ ਅੱਜ ਜਿਹੜੀ ਇੱਕ ਹੋਰ ਗੱਲ ਜਿਹੜੀ ਦੱਸੀ ਗਈ ਆ ਉਹ ਇਹ ਦੱਸੀ ਗਈ ਆ ਸਰਕਾਰ ਵੱਲੋਂ ਕਿ ਐਬਸਫੋਰਡ ਦੇ ਕੁਝ ਇਲਾਕਿਆਂ ਦੇ ਵਿੱਚ ਪਾਣੀ ਉੱਥੋਂ ਦਾ ਜਿਹੜਾ ਪੀਣ ਤੋਂ ਜਿਹੜਾ ਵਾ ਉਹ ਲੋਕਾਂ ਨੂੰ ਸਲਾਹ ਦਿੱਤੀ ਗਈ ਕਿ ਉੱਥੋਂ ਦਾ ਪਾਣੀ ਨਾ ਜਿਹੜਾ ਪੀਤਾ ਜਾਵੇ। ਔਰ ਜਿਸ ਤਰੀਕੇ ਨਾਲ ਅਸੀਂ ਸ਼ੁਰੂਆਤ ਦੇ ਵਿੱਚ ਆ ਤਸਵੀਰਾਂ ਦਿਖਾਈਆਂ ਸੀ ਇਹ ਵੀ ਐਬਸਫੋਰਡ ਤੋਂ ਹੀ ਆ ਰਹੀਆਂ ਨੇ। ਸੋ ਰਾਹਤ ਕਾਰਜ ਜਿਹੜੇ ਲਗਾਤਾਰ ਜਾਰੀ ਨੇ। ਹਾਲੇ ਪਿਛਲਾ ਜਿਹੜਾ ਨੁਕਸਾਨ ਆ ਉਹ ਤੋਂ ਭਰਪਾਈ ਨਹੀਂ ਹੋਈ ਆ, ਹਾਲਾਤ ਹਲੇ ਆਮ ਵਰਗੇ ਨਹੀਂ ਹੋਏ ਆ। ਬਹੁਤ ਸਾਰੇ ਘਰਾਂ ਦੇ ਵਿੱਚ ਇਸ ਤਰੀਕੇ ਨਾਲ ਪਾਣੀ ਭਰਿਆ ਹੋਇਆ, ਪਰ ਅੱਗੇ ਹੋਰ ਜਿਹੜੇ ਆਉਣ ਵਾਲੇ 10 ਦਿਨ ਦੀ ਚੇਤਾਵਨੀ ਸਰਕਾਰ ਨੇ ਜਿਹੜੀ ਜਾਰੀ ਕਰ ਦਿੱਤੀ ਹੈ ਕਿ ਹੋਰ ਤੂਫਾਨ ਜਿਹੜੇ ਆ ਸਕਦੇ ਆ, ਹੋਰ ਭਾਰੀ ਮੀਂਹ ਪੈ ਸਕਦਾ ਆ। ਸੋ ਉਹਦੀ ਤਿਆਰੀ ਵੀ ਜਿਹੜੀ ਆ ਲਗਭਗ ਇਸ ਵਕਤ ਸ਼ੁਰੂ ਹੋ ਚੁੱਕੀ ਹੈ। ਜਿਸ ਤਰੀਕੇ ਨਾਲ ਪਹਿਲਾਂ ਦੱਸਿਆ ਕਿ ਭਾਈਚਾਰੇ ਵੱਲੋਂ ਵੀ ਕੰਮ ਕੀਤਾ ਜਾ ਰਿਹਾ, ਲਗਾਤਾਰ ਜਿਹੜੀ ਰਾਹਤ ਸਮੱਗਰੀ ਇਕੱਠੀ ਕੀਤੀ ਜਾ ਰਹੀ ਆ। ਹਾਲਾਂਕਿ ਇਸ ਵਕਤ ਜਿਹੜਾ ਪਹਿਲਾਂ ਕਿਉਂਕਿ ਲੰਗਰ ਦੀ ਸੇਵਾ ਚੱਲ ਰਹੀ ਸੀ, ਬਹੁਤ ਸਾਰੇ ਲੋਕ ਵੱਖ-ਵੱਖ ਥਾਵਾਂ ਤੇ ਸਟਕ ਹੋਏ ਸੀ, ਉਹਨਾਂ ਤੋਂ ਕੱਢ ਲਿਆ ਗਿਆ। ਪਰ ਆਉਣ ਵਾਲੇ ਜਿਹੜੇ 10 ਦਿਨ ਨੇ ਉਹ ਕਿਸ ਤਰੀਕੇ ਨਾਲ ਇਸ ਸਾਰੀ ਮੁਸ਼ਕਲ ਦਾ ਸਾਹਮਣਾ ਕਰਨਾ, ਉਸ ਚੀਜ਼ ਦੀ ਤਿਆਰੀ ਵੀ ਚੱਲ ਰਹੀ ਆ। ਔਰ ਲੋਕ ਆਪਣੇ ਘਰਾਂ ਵਿੱਚ ਵਾਪਸ ਜਾ ਕੇ ਦੇਖ ਰਹੇ ਨੇ ਕਿ ਉਹਨਾਂ ਦੇ ਘਰਾਂ ਦੇ ਕੀ ਹਾਲਾਤ ਨੇ। ਸੋ ਕਈ ਥਾਵਾਂ ਤੋਂ ਇਸ ਤਰੀਕੇ ਦੀਆਂ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਜੀ ਮਨਦੀਪ ਜੀ, ਕੱਲ੍ਹ ਬ੍ਰਿਟਿਸ਼ ਕੋਲੰਬੀਆ ਵਿੱਚ ਹੀ ਭਾਰੀ ਬਰਸਾਤ ਕਾਰਨ ਇਸ ਤਰ੍ਹਾਂ ਦੇ ਹਾਲਾਤ ਨਹੀਂ ਬਣੇ ਹੋਏ, ਪਰ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਤੋਂ ਵੀ ਲਗਾਤਾਰ ਜਾਣਕਾਰੀ ਸਾਹਮਣੇ ਆ ਰਹੀ ਹੈ। ਅੱਜ ਵੀ ਇੱਥੋਂ ਇੱਕ ਤਾਜ਼ਾ ਜਾਣਕਾਰੀ ਸਾਹਮਣੇ ਆਈ, ਇਸ ਬਾਰੇ ਜ਼ਰੂਰ ਸਾਨੂੰ ਦੱਸਿਓ ਕਿ ਕਿਸ ਤਰ੍ਹਾਂ ਦੀਆਂ ਖਬਰਾਂ ਇੱਥੋਂ ਇਸ ਸਮੇਂ ਸਾਹਮਣੇ ਆ ਰਹੀਆਂ ਨੇ। ਬਿਲਕੁਲ ਜੀ, ਆਪਾਂ ਕੱਲ ਜਾਣਕਾਰੀ ਦਿੱਤੀ ਸੀ ਕਿ এনवायरमेंट ਕੈਨੇਡਾ ਵੱਲੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਆਉਣ ਵਾਲੇ 36 ਘੰਟਿਆਂ ਵਿੱਚ ਜਿਹੜੀ ਆ ਕਾਫੀ ਬਾਰਿਸ਼ ਮੀਂਹ ਜਿਹੜਾ ਉਹ ਪੈ ਸਕਦਾ ਆ ਔਰ ਤੇਜ਼ ਹਵਾਵਾਂ ਚੱਲ ਸਕਦੀਆਂ ਨੇ। ਸੋ ਉਹ ਜਿਹੜੀ ਭਵਿੱਖਬਾਣੀ ਬਿਲਕੁਲ ਸੱਚੀ ਸਾਬਤ ਹੋਈ ਹੈ। ਔਰ ਇਸ ਵਕਤ ਜਿਹੜੇ ਹਾਲਾਤ ਬਣੇ ਹੋਏ ਨੇ ਉੱਥੇ ਵੀ ਜਿਸ ਤਰੀਕੇ ਨਾਲ ਇੱਥੇ ਐਬਸਫੋਰਡ ਦੇ ਵਿੱਚ ਜਾਂ BC ਦੇ ਵਿੱਚ ਜਿਹੜੇ ਹੋਰ ਪਾਸਿਓਂ ਜਿਹੜੇ ਹਾਈਵੇ ਟੁੱਟੇ ਨੇ ਜਾਂ ਹਾਈਵੇ ਰੁੜ ਗਏ ਨੇ, ਹੁਣ ਤਾਂ ਨਿਊ ਫਾਊਂਡਲੈਂਡ ਤੋਂ ਵੀ ਇਸੇ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕੁਝ ਹਾਈਵੇ ਉੱਥੇ ਵੀ ਜਿਹੜੇ ਉਹ ਪਾਣੀ ਨਾਲ ਆਪਣੇ ਰੁੜ ਕੇ ਲੈ ਗਿਆ, ਟੁੱਟ ਗਏ ਨੇ। ਇਸ ਕਰਕੇ ਆਵਾਜਾਈ ਪ੍ਰਭਾਵਿਤ ਹੋਈ ਆ। ਤੇ ਅੱਜ ਨਿਊ ਫਾਊਂਡਲੈਂਡ ਦੇ ਪ੍ਰੀਮੀਅਰ ਜਿਹੜੇ ਆ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ, ਮੀਡੀਆ 'ਚ ਆਏ ਔਰ ਉਹਨਾਂ ਨੇ ਅਪੀਲ ਕੀਤੀ ਆ ਕਿ ਜੇ ਹੋ ਸਕੇ ਤਾਂ ਆਪਣੇ ਘਰੇ ਰਿਹਾ ਜਾਵੇ, ਰੋਡਸ ਉੱਤੇ ਨਾ ਜਾਇਆ ਜਾਵੇ। ਜੇ ਕੋਈ ਬਹੁਤਾ ਜ਼ਰੂਰੀ ਕੰਮ ਆ ਤਾਂ ਹੀ ਘਰੋਂ ਨਿਕਲਿਆ ਜਾ ਸਕੇ। ਔਰ ਕਿਉਂਕਿ ਹੱਲੇ ਵੀ ਜਿਹੜੀ ਉੱਥੇ ਖਤਰਾ ਬਣਿਆ ਹੋਇਆ। ਔਰ ਖਾਸ ਕਰਕੇ ਜਿਹੜੇ ਉੱਥੋਂ ਦੇ ਟਰਾਂਸਪੋਰਟ ਮੰਤਰੀ ਆ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜਿਹੜੇ ਹਾਈਵੇ ਟੁੱਟੇ ਨੇ, ਜੋ ਨੁਕਸਾਨ ਹੋਇਆ, ਇਹ ਕਦੋਂ ਤੱਕ ਦੁਬਾਰਾ ਚੱਲ ਸਕਦੇ ਨੇ, ਕਦੋਂ ਤੱਕ ਦੁਬਾਰਾ ਜਿਹੜੇ ਉਹ ਬਣ ਸਕਦੇ ਆ, ਤਾਂ ਉਹ ਕੋਈ ਇਹੋ ਜਿਹਾ ਜਵਾਬ ਨਹੀਂ ਦੇ ਸਕੇ, ਕੋਈ ਟਾਈਮਲਾਈਨ ਨਹੀਂ ਦੇ ਸਕੇ ਕਿਉਂਕਿ ਹੱਲੇ ਵੀ ਉੱਥੇ ਜਿਹੜਾ ਮੌਸਮ ਆ ਉਹ ਖਰਾਬ ਆ। ਹੱਲੇ ਹੋਰ ਕਿਉਂਕਿ 36 ਘੰਟੇ ਦੀ ਵਾਰਨਿੰਗ ਸੀਗੀ, ਹੱਲੇ ਹੋਰ ਸਮਾਂ ਪਿਆ ਉਹਦੇ ਵਿੱਚ, ਹੱਲੇ ਵੀ ਬਾਰਿਸ਼ ਹੋ ਰਹੀ ਆ।
ਔਰ ਕੁਝ ਹੋਰ ਤਾਂ ਸੂਬਿਆਂ ਵਿੱਚ ਵੀ ਜਿਹੜੀ ਇਸ ਵਕਤ ਮੀਂਹ ਭਾਰੀ ਪੈ ਰਹੇ ਨੇ। ਨੋਵਾ ਸਕੋਸ਼ੀਆ ਤੋਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ, ਪਰ ਉੱਥੇ ਕੋਈ ਇਦਾਂ ਦੀ ਨੁਕਸਾਨ ਵਾਲੀ ਗੱਲ ਸਾਹਮਣੇ ਨਹੀਂ ਆਈ ਆ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖਬਰ ਤਾਂ ਨਿਊ ਫਾਊਂਡਲੈਂਡ ਤੋਂ ਵੀ ਸਾਹਮਣੇ ਨਹੀਂ ਆਈ ਆ, ਪਰ ਇੰਨਾ ਜ਼ਰੂਰ ਹੈ ਕਿ ਉੱਥੇ ਵੀ ਕੁਝ ਹਾਈਵੇ ਟੁੱਟ ਗਏ ਨੇ ਤੇ ਆਮ ਜਨ ਜੀਵਨ ਉੱਥੇ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਇਆ। ਜੀ ਮਨਦੀਪ ਜੀ, ਅਮਰੀਕਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹੁਣ ਟਰੱਕ ਡਰਾਈਵਰ ਸ਼ਰਤ ਦੇ ਨਾਲ ਹੀ ਦਾਖਲ ਹੋ ਸਕਣਗੇ। ਅਮਰੀਕਾ ਵੱਲੋਂ ਕਿਹੜੀ ਸ਼ਰਤ ਰੱਖੀ ਗਈ ਹੈ ਜਿਸ ਨਾਲ ਹੁਣ ਟਰੱਕ ਡਰਾਈਵਰਸ ਨੂੰ ਐਂਟਰੀ ਮਿਲੇਗੀ ਤੇ ਇਸ ਦੀ ਸ਼ੁਰੂਆਤ ਕਦੋਂ ਤੋਂ ਹੋਣ ਜਾ ਰਹੀ ਹੈ? ਬਿਲਕੁਲ ਜੀ, ਅਮਰੀਕਾ ਵੱਲੋਂ ਨਵਾਂ ਐਲਾਨ ਕੀਤਾ ਗਿਆ। ਹਾਲਾਂਕਿ ਜਦੋਂ ਤੁਸੀਂ ਆਮ ਲੋਕ ਜਾਂਦੇ ਨੇ ਤਾਂ ਉਹਨਾਂ ਲਈ ਤਾਂ ਵੈਸੇ ਵੀ ਜਿਹੜਾ ਵਾ ਉਹ ਵੈਕਸੀਨ ਉੱਥੇ ਲਾਜ਼ਮੀ ਕੀਤੀ ਗਈ ਆ, ਪਰ ਜਿਹੜੇ ਖਾਸ ਕਰਕੇ ਐਸੈਂਸ਼ੀਅਲ ਵਰਕਰ ਆ, ਜਿਵੇਂ ਟਰੱਕ ਡਰਾਈਵਰ ਆ, ਖਾਣ ਪੀਣ ਦੀਆਂ ਵਸਤਾਂ ਲੈ ਕੇ ਜਾਂਦੇ ਆ, ਜ਼ਰੂਰੀ ਵਸਤਾਂ ਦੀ ਲਿਸਟ ਵਿੱਚ ਆਉਂਦੇ ਨੇ, ਜਾਂ ਹੋਰ ਜਿਹੜੇ ਐਮਰਜੈਂਸੀ ਕਾਮੇ ਨੇ, ਉਹਨਾਂ ਨੂੰ ਕਈ ਥਾਵਾਂ ਤੇ ਹੱਲੇ ਰਾਹਤ ਹੈਗੀ ਸੀ ਵੀ ਉਹਨਾਂ ਦੀ ਕਈ ਵਾਰ ਬਿਨਾਂ ਵੈਕਸੀਨ ਤੋਂ ਵੀ ਐਂਟਰੀ ਹੋ ਜਾਂਦੀ ਸੀ। ਪਰ ਹੁਣ 22 ਜਨਵਰੀ ਤੋਂ ਇਹ ਕਰ ਦਿੱਤਾ ਗਿਆ। ਚਾਹੇ ਕੋਈ ਐਮਰਜੈਂਸੀ ਰਿਸਪੌਂਸ ਵਾਲਾ ਕਾਮਾ ਹੋਵੇ, ਚਾਹੇ ਕੋਈ ਟਰੱਕ ਡਰਾਈਵਰ ਹੋਵੇ ਜਾਂ ਐਸੈਂਸ਼ੀਅਲ ਕੈਟਾਗਰੀ ਵਿੱਚ ਆਉਂਦਾ ਹੋਵੇ, ਸਭ ਲਈ ਜਿਹੜੀ ਆ ਵੈਕਸੀਨ ਉਹ ਲਾਜ਼ਮੀ ਕਰ ਦਿੱਤੀ ਗਈ ਆ। ਜੇਕਰ ਉਹਨਾਂ ਦੇ ਵੈਕਸੀਨ ਲੱਗੀ ਆ ਤਾਂ ਹੀ ਜਿਹੜਾ ਵਾ ਉਹ ਅਮਰੀਕਾ ਦੇ ਵਿੱਚ ਦਾਖਲ ਹੋ ਸਕਣਗੇ। ਸੋ ਕੈਨੇਡਾ ਤੋਂ ਇੱਕ ਵੱਡੀ ਗਿਣਤੀ ਆ ਭਾਈਚਾਰੇ ਦੀ ਜੋ ਕਿ ਟਰੱਕ ਚਲਾਉਂਦੇ ਨੇ, ਅਮਰੀਕਾ ਜਾਂਦੇ ਨੇ, ਕੈਨੇਡਾ ਤੋਂ ਅਮਰੀਕਾ ਟਰੱਕ ਚਲਾਉਂਦੇ ਨੇ। ਸੋ ਉਹਨਾਂ ਲਈ ਇਹ ਖਾਸ ਖਬਰ ਆ ਕਿ ਹੁਣ 22 ਜਨਵਰੀ ਤੋਂ ਬਾਅਦ ਉਹ ਤਾਂ ਹੀ ਅਮਰੀਕਾ ਦੇ ਵਿੱਚ ਦਾਖਲ ਹੋ ਸਕਣਗੇ ਟਰੱਕ ਲੈ ਕੇ, ਜੇਕਰ ਉਹਨਾਂ ਦੇ ਵੈਕਸੀਨ ਜਿਹੜੀ ਉਹ ਲੱਗੀ ਹੋਈ ਹੈ। ਜੀ ਮਨਦੀਪ ਜੀ, ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਤੋਂ ਖਬਰ ਸਾਹਮਣੇ ਜੋ ਆਈ ਹੈ ਉਸ ਦੇ ਉੱਪਰ ਗੱਲ ਕਰ ਲੈਂਦੇ ਆ। ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਜਿੱਥੇ ਹੁਣ 10 ਦਿਨਾਂ ਦੀ ਪੇਡ ਸਿਕ ਲੀਵ ਹੋਏਗੀ। ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਤੋਂ ਜੋ ਵਰਕਰਾਂ ਦੀ ਜਾਣਕਾਰੀ ਸਾਹਮਣੇ ਆਈ ਹੈ ਉਸ ਬਾਰੇ ਡਿਟੇਲ ਜ਼ਰੂਰ ਸਾਂਝੀ ਕਰਿਓ। ਬਿਲਕੁਲ ਜੀ, ਬ੍ਰਿਟਿਸ਼ ਕੋਲੰਬੀਆ ਵੱਲੋਂ ਇੱਕ ਨਵਾਂ ਫੈਸਲਾ ਲਿਆ ਗਿਆ। ਇਹਦੇ ਵਿੱਚ 5 ਦਿਨ ਦੀ ਜਿਹੜੀ ਉਹ ਪੇਡ ਸਿਕ ਲੀਵ ਜਿਹੜੀ ਉਹ ਦਿੱਤੀ ਜਾਣੀ ਆ। ਹਰ ਸਾਲ ਜਿਹੜੇ ਕਾਮੇ ਨੇ ਉਹ 5 ਛੁੱਟੀਆਂ ਲੈ ਸਕਦੇ ਨੇ, ਔਰ ਜਿਹਦੇ ਵਿੱਚ ਇਹਨੂੰ ਪੇਡ ਸਿਕ ਲੀਵ ਵਿੱਚ ਗਿਣਿਆ ਜਾਵੇਗਾ। ਤੇ ਇਹਦਾ ਭਾਵ ਇਹ ਹੈ ਕਿ ਜੇਕਰ ਉਹ 5 ਛੁੱਟੀਆਂ ਕਰਦੇ ਨੇ ਸਾਲ ਦੇ ਵਿੱਚ, ਇਹ ਸਿਕ ਜਿਹੜੀ ਲੀਵ ਲੈਂਦੇ ਆ, ਤਾਂ ਇਹਦੀ ਤਨਖਾਹ ਜਿਹੜੀ ਆ ਉਹਨਾਂ ਨੂੰ ਉਸੇ ਤਰੀਕੇ ਨਾਲ ਮਿਲੇਗੀ 5 ਛੁੱਟੀਆਂ ਦੀ, ਜਿਸ ਤਰੀਕੇ ਨਾਲ ਉਹਨਾਂ ਨੂੰ ਕੰਮ ਤੇ ਉਹਨਾਂ ਦੀ ਤਨਖਾਹ ਹੈਗੀ ਆ। ਸੋ ਇਹ ਜੋ ਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਜਿਹੜਾ 5 ਜਿਹੜੀਆਂ ਉਹ ਪੇਡ ਸਿਕ ਲੀਵ ਦੇਵੇਗਾ। ਔਰ ਇਹ ਵੀ ਨਾਲ ਕਿਹਾ ਗਿਆ ਕਿ ਹਰ ਜਿਹੜਾ ਇੰਪਲੋਇਰ ਆ, ਜਿਹੜਾ ਬਿਜ਼ਨਸਮੈਨ ਆ, ਉਹਨੂੰ ਆਪਣੇ ਕਾਮਿਆਂ ਨੂੰ ਜਿਹੜੀਆਂ ਇਹ 5 ਛੁੱਟੀਆਂ ਹਰ ਹਾਲ ਦੇ ਵਿੱਚ ਸਾਲ ਦੇ ਵਿੱਚ ਦੇਣੀਆਂ ਪੈਣਗੀਆਂ। ਸੋ ਹੈਰੀ ਵੈਂਸ ਵੱਲੋਂ ਵੀ ਇਸ ਦਾ ਜਿਹੜਾ ਉਹ ਐਲਾਨ ਕੀਤਾ ਗਿਆ। ਸੋ ਪ੍ਰੀਮੀਅਰ ਜੌਨ ਹੌਰਗਨ ਜਿਹੜੇ ਆ ਉਹਨਾਂ ਵੱਲੋਂ ਵੀ ਟਵੀਟ ਕਰਕੇ ਐਲਾਨ ਕੀਤਾ ਗਿਆ। ਸੋ ਸਰਕਾਰ ਆਪਣੀ ਪਿੱਠ ਵੀ ਥਾਪੜ ਰਹੀ ਆ ਤੇ ਇਹ ਵੀ ਕਹਿ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਪਹਿਲਾ ਸੂਬਾ ਆ। ਹਾਲਾਂਕਿ ਚਰਚਾ ਇਹ ਵੀ ਚੱਲ ਰਹੀ ਹੈ ਕਿ ਫੈਡਰਲ ਲੈਵਲ ਤੇ ਵੀ ਇਹਦਾ ਐਲਾਨ ਹੋਣ ਹੀ ਵਾਲਾ ਆ, ਕਿਉਂਕਿ ਹੁਣ ਜਦੋਂ ਪਾਰਲੀਮੈਂਟ ਦਾ ਕੰਮਕਾਜ ਸ਼ੁਰੂ ਹੋ ਗਿਆ ਤਾਂ ਉੱਥੇ ਵੀ 10 ਦਿਨ ਦੀ ਪੇਡ ਸਿਕ ਲੀਵ ਦਾ ਸ਼ਾਇਦ ਜਿਹੜਾ ਕਾਨੂੰਨ ਆ ਉਹ ਪਾਸ ਹੋ ਸਕਦਾ ਹੈ। ਖੈਰ ਉਹ ਦੇਖਦੇ ਆ ਕਿ ਕਿੱਦਣ ਹੁੰਦਾ ਤੇ ਉਹ 'ਚ ਕੀ ਹੁੰਦਾ ਆ। ਪਰ ਬ੍ਰਿਟਿਸ਼ ਕੋਲੰਬੀਆ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ 5 ਦਿਨ ਦੀ ਜਿਹੜੀ ਪੇਡ ਸਿਕ ਲੀਵ ਆ, 5 ਛੁੱਟੀਆਂ ਤੁਸੀਂ ਸਾਲ ਦੇ ਵਿੱਚ ਉਹ ਲੈ ਸਕਦੇ ਹੋ। ਜੀ ਮਨਦੀਪ ਜੀ, ਦੂਜੇ ਪਾਸੇ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਸਰਕਾਰ ਵੱਲੋਂ ਅੱਜ ਕੋਈ ਬਿੱਲ ਲਿਆਂਦਾ ਜਾ ਸਕਦਾ ਹੈ। ਕਿਸ ਬਿੱਲ ਬਾਰੇ ਕਿਹਾ ਜਾ ਰਿਹਾ ਹੈ ਤੇ ਇਸ ਬਾਰੇ ਹੋਰ ਕਿਹੜੀ ਜਾਣਕਾਰੀ ਹੈ? ਬਿਲਕੁਲ ਜੀ, ਲਿਬਰਲ ਸਰਕਾਰ ਵੱਲੋਂ ਜਿਹੜਾ ਵਾ ਇੱਕ ਹੋਰ ਬਿੱਲ ਲਿਆਉਣ ਦੀ ਜਿਹੜੀ ਉਹ ਜੋ ਕਿ ਕੰਸੋਸ ਸਾਹਮਣੇ ਆਈ ਹੈ, ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਬਿਜ਼ਨਸ ਆ, ਹੱਲੇ ਛੋਟੇ ਕਾਰੋਬਾਰ ਆ ਜਾਂ ਵੱਡੇ ਕਾਰੋਬਾਰ ਆ, ਉਹਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਬਿੱਲ ਦੇ ਵਿੱਚ ਕੀ ਐਡ ਕੀ ਕਰਨਗੇ। ਪਰ ਇੰਨਾ ਜ਼ਰੂਰ ਸਾਹਮਣੇ ਆਇਆ ਕਿ ਜਿਹੜੇ ਹੱਲੇ ਵੀ ਮਹਾਮਾਰੀ ਤੋਂ ਉੱਭਰ ਰਹੇ ਨੇ, ਪੈਂਡੇਮਿਕ ਦੇ ਦੌਰਾਨ ਜਿਨ੍ਹਾਂ ਨੂੰ ਬਹੁਤ ਨੁਕਸਾਨ ਹੋਇਆ, ਉਹਨਾਂ ਨੂੰ ਬੰਦ ਵੀ ਰਹਿਣਾ ਪਿਆ, ਜਾਂ ਉਹਨਾਂ ਦੀ ਗਾਹਕੀ ਘਟੀ ਆ, ਉਹਨਾਂ ਦੀ ਆਮਦਨ ਘਟੀ ਆ, ਔਰ ਉਹਨਾਂ ਦੇ ਕਾਮਿਆਂ ਤੇ ਬੁਰਾ ਪ੍ਰਭਾਵ ਪਿਆ। ਸੋ ਉਹਨਾਂ ਲਈ ਜਿਹੜਾ ਵਾ ਇੱਕ ਖਾਸ ਜਿਹੜਾ ਪੈਕੇਜ ਦਾ ਐਲਾਨ ਕੀਤਾ ਜਾ ਸਕਦਾ ਆ। ਉਹਨਾਂ ਨੂੰ ਹੋਰ ਜਿਹੜੀ ਵਿੱਤੀ ਸਹਾਇਤਾ ਜਿਹੜੀ ਉਹ ਜਿਹੜੀ ਆ ਉਹ ਜਾਰੀ ਕੀਤੀ ਜਾ ਸਕਦੀ ਆ। ਸੋ ਇਸ ਸੰਬੰਧੀ ਜਿਹੜਾ ਵਾ ਇੱਕ ਬਿੱਲ ਜਿਹੜਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਆ। ਔਰ ਸ਼ਾਇਦ ਜਦੋਂ ਇਸ ਵਕਤ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਇਸ ਬਿੱਲ ਉੱਤੇ ਸ਼ਾਇਦ ਚਰਚਾ ਹੋ ਰਹੀ ਹੋਵੇ ਪਾਰਲੀਮੈਂਟ ਦੇ ਵਿੱਚ। ਸੋ ਇਸ ਸੰਬੰਧੀ ਜਿਹੜੀ ਹੋਰ ਅਪਡੇਟ ਆ, ਜਦੋਂ ਇਹ ਸਾਰਾ ਕੁਝ ਕਲੀਅਰ ਹੋ ਗਿਆ, ਅਸੀਂ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਪਰ ਇੰਨਾ ਜ਼ਰੂਰ ਆ, ਜਿਸ ਤਰੀਕੇ ਨਾਲ ਜਗਮੀਤ ਸਿੰਘ ਦਬਾਅ ਬਣਾ ਰਿਹਾ ਕਿ ਇਸ ਵਕਤ ਸਭ ਤੋਂ ਵੱਧ ਲੋੜ ਹੈ ਲੋਕਾਂ ਨੂੰ ਕਿ ਸਰਕਾਰ ਉਹਨਾਂ ਦੀ ਬਾਹ ਫੜੇ, ਸਰਕਾਰ ਉਹਨਾਂ ਨੂੰ ਵਿੱਤੀ ਸਹਾਇਤਾ ਜਿਹੜੀ ਉਹ ਬੰਦ ਨਾ ਕਰੇ। ਸੋ ਉਸ ਸੰਬੰਧੀ ਇੱਕ ਹੋਰ ਕਦਮ ਜਿਹੜੀ ਲਿਬਰਲ ਸਰਕਾਰ ਪੁੱਟਦੀ ਨਜ਼ਰ ਆ ਰਹੀ ਆ, ਔਰ ਇਸ ਸੰਬੰਧੀ ਜਿਹੜਾ ਬਿੱਲ ਹੈ ਉਹ ਪਾਸ ਹੋ ਸਕਦਾ ਹੈ।
ਜੀ ਮਨਦੀਪ ਜੀ, ਜਗਮੀਤ ਸਿੰਘ ਵੱਲੋਂ ਅੱਜ ਵੀ ਲਿਬਰਲ ਸਰਕਾਰ ਨੂੰ ਇੱਕ ਸਲਾਹ ਦਿੱਤੀ ਗਈ ਹੈ। ਉਹਨਾਂ ਵੱਲੋਂ ਅੱਜ ਜੋ ਥਰੋਨ ਸਪੀਚ ਤੋਂ ਬਾਅਦ ਆਪਣਾ ਪੱਖ ਰੱਖਿਆ ਗਿਆ ਹੈ ਜਾਂ ਉਹਨਾਂ ਵੱਲੋਂ ਜੋ ਪ੍ਰਤੀਕਿਰਿਆ ਦਿੱਤੀ ਗਈ ਹੈ ਉਸ ਬਾਰੇ ਕੀ ਜਾਣਕਾਰੀ ਸਾਹਮਣੇ ਆਈ ਹੈ? ਬਿਲਕੁਲ ਜੀ, ਜਿਹੜੀ ਥਰੋਨ ਸਪੀਚ ਸੀ ਉਹਦੇ ਉੱਤੇ ਜਿਹੜੀ ਕਾਫੀ ਸਖਤ ਪ੍ਰਤੀਕਿਰਿਆ ਜਿਹੜੀ ਉਹ ਜਗਮੀਤ ਸਿੰਘ ਉਹਨਾਂ ਦਿੱਤੀ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਨਾ ਤਾਂ ਇਹਦੇ ਵਿੱਚ ਕੋਈ ਫਾਰਮਾ ਕੇਅਰ ਦੀ ਗੱਲ ਸੀ, ਨਾ ਇਹਦੇ ਵਿੱਚ ਜਿਹੜੀਆਂ ਮੰਗਾਂ ਲਗਾਤਾਰ ਉਹ ਮੰਨਦੇ ਰਹੇ ਨੇ, ਜਿਹੜੀਆਂ ਉਹ ਮੰਗ ਕਰਦੇ ਰਹੇ ਨੇ, ਉੱਦਾਂ ਦੀ ਕਹਿੰਦੇ ਜਿਹੜੀਆਂ ਮੁੱਖ ਮੰਗਾਂ ਸੀਗੀਆਂ ਉਹਨਾਂ ਨੂੰ ਸ਼ਾਮਲ ਜਿਹੜਾ ਉਹ ਨਹੀਂ ਕੀਤਾ ਗਿਆ। ਸੋ ਇਹਦੇ ਵਿੱਚ ਉਹਨਾਂ ਨੇ ਕਾਫੀ ਖਾਮੀਆਂ ਜਿਹੜੀਆਂ ਉਹ ਗਣਾਈਆਂ ਨੇ। ਸੋ ਕੁਝ ਸੁਝਾਅ ਵੀ ਦਿੱਤੇ ਨੇ ਔਰ ਕੁਝ ਕੁ ਜਿਹੜੇ ਮਾਮਲੇ ਆ ਉਹਦੇ ਉੱਤੇ ਜਸਟਿਨ ਟਰੂਡੋ ਦੀ ਸਰਕਾਰ ਦਾ ਜਿਹੜਾ ਆ ਉਹ ਵਿਰੋਧ ਕਰਨ ਦਾ ਵੀ ਐਲਾਨ ਕੀਤਾ ਆ। ਖਾਸ ਕਰਕੇ ਕੁਝ ਟੈਲੀਕਾਮ ਕੰਪਨੀਆਂ ਆਪਸ ਦੇ ਵਿੱਚ ਮਰਜ ਕਰਨ ਦੀ ਜਿਹੜੀ ਉਹ ਗੱਲ ਕੀਤੀ ਜਾ ਰਹੀ ਆ, ਉਹਦੇ ਉੱਤੇ ਵੀ ਉਹਨਾਂ ਨੇ ਸਰਕਾਰ ਦੇ ਖਿਲਾਫ ਜਿਹੜਾ ਸਟੈਂਡ ਲੈਣ ਦੀ ਗੱਲ ਕੀਤੀ ਆ। ਸੋ ਜਗਮੀਤ ਸਿੰਘ ਉਹਨਾਂ ਵੱਲੋਂ ਲਗਾਤਾਰ ਬਿਆਨ ਜਾਰੀ ਕੀਤੇ ਜਾ ਰਹੇ ਨੇ ਕਿ ਉਹ ਕੈਨੇਡੀਅਨਸ ਲਈ ਫਾਈਟ ਕਰ ਰਹੇ ਨੇ। ਸੋ ਦੇਖਦੇ ਆ ਕਿ ਇਸ ਸੈਸ਼ਨ ਦੇ ਵਿੱਚ ਉਹ ਕਿਹੜੀਆਂ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਵਾ ਸਕਦੇ ਆ, ਕਿਉਂਕਿ ਜਿਹੜੇ ਵੀ ਬਿੱਲ ਪਾਸ ਹੋਣੇ ਆ ਉਹਨਾਂ ਉੱਤੇ ਕਿਸੇ ਨਾ ਕਿਸੇ ਦੀ ਸਪੋਰਟ ਦੀ ਤਾਂ ਲੋੜ ਜਿਹੜੀ ਆ ਉਹ ਲਿਬਰਲ ਸਰਕਾਰ ਨੂੰ ਜ਼ਰੂਰ ਪਵੇਗੀ। ਔਰ ਸਭ ਤੋਂ ਵੱਧ ਸੰਭਾਵਨਾ ਇਹੀ ਆ ਕਿ ਜਗਮੀਤ ਸਿੰਘ ਦੀ ਐਨਡੀਪੀ ਪਾਰਟੀ ਦੀ ਜੇਕਰ ਸਪੋਰਟ ਮਿਲਦੀ ਆ ਤਾਂ ਉਹ ਸਭ ਤੋਂ ਵੱਧ ਜਿਹੜੀ ਸੂਟ ਆ ਉਹ ਕਰੇਗੀ। ਜੇਕਰ ਬਲਾਕ ਕਿਊਬਕ ਜਾਂ ਕੰਜ਼ਰਵੇਟਿਵ ਕੋਡ ਤਾਂ ਹਾਲਾਂਕਿ ਸਵਾਲ ਨਹੀਂ ਪੈਦਾ ਹੁੰਦਾ ਕਿਉਂਕਿ ਉਹ ਮੁੱਖ ਵਿਰੋਧੀ ਧਿਰ ਆ। ਸੋ ਕਿਤੇ ਨਾ ਕਿਤੇ ਬਲਾਕ ਕਿਊਬਕ ਦੀ ਵੀ ਗੱਲ ਕਰੀਏ ਤਾਂ ਉਹਨਾਂ ਦੀਆਂ ਮੰਗਾਂ 'ਚ ਵੀ ਕਈ ਵਾਰ ਕਸੂਤੀਆਂ ਹੋ ਜਾਂਦੀਆਂ, ਫਸ ਜਾਂਦੇ ਨੇ ਜਸਟਿਨ ਟਰੂਡੋ। ਸੋ ਵਿਚਾਰਧਾਰਕ ਤੌਰ ਤੇ ਕਿਤੇ ਨਾ ਕਿਤੇ ਨੇੜਤਾ ਜ਼ਰੂਰ ਲੋਕ ਸਮਝਦੇ ਨੇ ਕਿ ਹੈਗੀ ਹੈ ਐਨਡੀਪੀ ਅਤੇ ਲਿਬਰਲ ਦੀ। ਸੋ ਜਗਮੀਤ ਸਿੰਘ ਹਾਲਾਂਕਿ ਇਸ ਵਕਤ ਕਾਫੀ ਵਿਰੋਧ ਕਰ ਰਹੇ ਨੇ, ਕਾਫੀ ਨੁਕਤਾਚੀਨੀ ਕਰ ਰਹੇ ਨੇ, ਪਰ ਦੇਖਣਾ ਇਹ ਬਣਦਾ ਕਿ ਕਿਹੜੇ ਮੁੱਦਿਆਂ ਉੱਤੇ ਉਹ ਕਿਹੋ ਜਿਹਾ ਸਟੈਂਡ ਪਾਰਲੀਮੈਂਟ 'ਚ ਲੈਂਦੇ ਨੇ ਔਰ ਸਭ ਤੋਂ ਅਹਿਮ ਗੱਲ ਕਿ VOTING ਉਹ ਕਿਸ ਤਰੀਕੇ ਨਾਲ ਕਰਦੇ ਨੇ। ਜੀ ਮਨਦੀਪ ਜੀ, ਜਿਹੜੀ ਅਗਲੀ ਖਬਰ ਹੈ ਨਾ ਉਹ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਹੈ। ਇਮੀਗ੍ਰੇਸ਼ਨ ਦਾ ਅੱਜ ਫਿਰ ਤੋਂ PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾ ਕੱਢਿਆ ਗਿਆ ਹੈ। ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਜਿਸ ਦੀ ਉਡੀਕ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਏਗਾ ਕਿ ਕੱਲ ਨੂੰ ਉਸ ਦਾ ਐਲਾਨ ਕੀਤਾ ਜਾਂਦਾ ਹੈ ਕਿ ਨਹੀਂ, ਪਰ ਅੱਜ ਦੇ ਡਰਾ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰਿਓ। ਬਿਲਕੁਲ ਜੀ, ਲਗਾਤਾਰ 6ਵਾਂ ਡਰਾ ਇਹ ਆਇਆ PNP ਸਪੈਸੀਫਿਕ ਦਾ ਔਰ ਪਿਛਲੇ ਕੁਝ ਕੁ ਮਹੀਨਿਆਂ ਤੋਂ ਨਾ ਤਾਂ ਕੋਈ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਐਕਸਪ੍ਰੈਸ ਐਂਟਰੀ ਦਾ ਡਰਾ ਨਿਕਲਿਆ ਔਰ ਫੈਡਰਲ ਸਕਿਲਡ ਵਰਕਰ ਦਾ ਡਰਾ ਜਿਹੜਾ ਵਾ ਉਹ ਤਾਂ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਹੁਣ ਤਾਂ ਸਾਲਾਂ ਤੋਂ ਵੀ ਉੱਪਰ ਸਮਾਂ ਹੋ ਗਿਆ, ਕਿਉਂਕਿ ਜਦੋਂ ਦਾ ਕੋਵਿਡ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਜਿਹੜੇ ਡਰਾ ਸੀ ਆਉਣੇ ਬੰਦ ਹੋ ਗਏ ਸੀਗੇ, ਜਿਹਦੀ ਉਡੀਕ ਦੁਨੀਆ ਭਰ ਦੇ ਵਿੱਚ ਲੋਕ ਕਰ ਰਹੇ ਆ, ਜੋ ਕਿ ਆਪਣੀਆਂ ਫਾਈਲਾਂ ਪੂਲ 'ਚ ਪਾ ਕੇ ਬੈਠੇ ਨੇ, ਆਪਦੀ ਫਾਈਲ ਤਿਆਰ ਕਰਕੇ ਬੈਠੇ ਨੇ ਕਿ ਡਰਾ ਨਿਕਲੇ ਅਤੇ ਉਹਨਾਂ ਨੂੰ ਇਨਵੀਟੇਸ਼ਨ ਆਵੇ ਤੇ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਪ੍ਰੋਸੈਸ ਹੈ ਸ਼ੁਰੂ ਹੋਵੇ। ਖੈਰ ਉਹਨਾਂ ਦੇ ਹੱਥ ਇੱਕ ਵਾਰੀ ਫੇਰ ਨਿਰਾਸ਼ਾ ਲੱਗੀ ਹੈ। ਜਿਵੇਂ ਤੁਸੀਂ ਦੱਸਿਆ ਕਿ ਕੁਝ ਮਹੀਨਿਆਂ ਤੋਂ ਇਸੇ ਤਰੀਕੇ ਨਾਲ ਜਿਹੜਾ ਉਹ ਇੱਕ ਬਣਿਆ ਹੋਇਆ ਸੀ ਰੂਟੀਨ ਕਿ ਪਹਿਲਾਂ PNP ਸਪੈਸੀਫਿਕ ਡਰਾ ਨਿਕਲਦਾ ਆ ਔਰ ਉਸ ਤੋਂ ਅਗਲੇ ਦਿਨ ਲਗਭਗ ਵੀਰਵਾਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਸ ਦਿਨ ਫਿਰ ਜਿਹੜਾ ਵਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਜਿਹੜਾ ਡਰਾ ਨਿਕਲਦਾ ਹੁੰਦਾ ਸੀ। ਔਰ ਜਦੋਂ ਵੀ ਇਹ ਦਿਨ ਆਉਂਦੇ ਨੇ ਉਦੋਂ ਉਮੀਦ ਜ਼ਰੂਰ ਹੁੰਦੀ ਹੈ ਕਿ ਸ਼ਾਇਦ ਇਸ ਵਾਰ ਕੋਈ ਸਰਕਾਰ ਕੁਝ ਕਰ ਦੇਵੇ, ਕਿਉਂਕਿ ਸਰਕਾਰ ਜਿਹੜਾ ਵਾ ਇਸ ਵਕਤ ਪੂਰਾ ਜ਼ੋਰ ਲਾ ਰਹੀ ਆ ਕਿ ਜਿਹੜਾ ਟਾਰਗੇਟ ਉਹਨਾਂ ਨੇ ਰੱਖਿਆ ਸੀ 4,01,000 ਦਾ, ਉਹ ਟਾਰਗੇਟ ਪੂਰਾ ਕੀਤਾ ਜਾਵੇ। ਹਾਲਾਂਕਿ ਜੇਕਰ ਅਸੀਂ ਇਸ ਵਕਤ ਗੱਲ ਕਰੀਏ ਤਾਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਸਤੰਬਰ ਅਤੇ ਅਕਤੂਬਰ ਦੇ ਵਿੱਚ ਲਗਭਗ 91,000 ਦੇ ਕਰੀਬ ਲੋਕਾਂ ਨੂੰ ਜਿਹੜੀ ਇਮੀਗ੍ਰੇਸ਼ਨ ਹੈ ਉਹ ਦਿੱਤੀ ਗਈ ਹੈ, ਜੋ ਕਿ ਇੱਕ ਵੱਡਾ ਅੰਕੜਾ ਆ। ਔਰ ਨਵੇਂ ਇਮੀਗ੍ਰੇਸ਼ਨ ਮੰਤਰੀ ਇਹ ਵੀ ਦਾਅਵਾ ਕਰ ਰਹੇ ਨੇ ਕਿ 4,01,000 ਦਾ ਟਾਰਗੇਟ ਜਿਹੜਾ ਉਹ ਸਰਕਾਰ ਜ਼ਰੂਰ ਪੂਰਾ ਕਰੇਗੀ। ਔਰ ਇਹ ਵੀ ਨਾਲ ਉਹਨਾਂ ਦੇ ਸੰਕੇਤ ਦਿੱਤੇ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਵਾ ਉਹ ਕੋਟਾ ਵਧਾਇਆ ਵੀ ਜਾ ਸਕਦਾ, ਜਿਹੜਾ ਅਗਲੇ ਸਾਲ ਦਾ 4,11,000 ਦਾ ਹੋ ਸਕਦਾ ਉਹ ਹੋਰ ਵਧਾ ਦਿੱਤਾ ਜਾਵੇ। ਸੋ ਦੇਖਣਾ ਬਣਦਾ, ਦਿਲਚਸਪੀ ਬਣੀ ਹੋਈ ਹੈ। ਕੱਲ ਦਾ ਦਿਨ ਵੀ ਅਸੀਂ ਜ਼ਰੂਰ ਦੇਖਾਂਗੇ ਕਿ ਕੱਲ ਨੂੰ ਕੋਈ ਡਰਾ ਨਿਕਲਦਾ ਜਾਂ ਨਹੀਂ ਨਿਕਲਦਾ। ਹਾਲਾਂਕਿ ਹੁਣ ਉਮੀਦ ਥੋੜੀ ਜ਼ਰੂਰ ਘੱਟ ਹੈ ਕਿ ਇਸ ਸਾਲ ਦੇ ਵਿੱਚ ਕੋਈ ਡਰਾ ਨਿਕਲੇਗਾ। ਨਵੇਂ ਸਾਲ ਤੱਕ ਕੋਈ ਸਰਕਾਰ ਹੋ ਸਕਦਾ ਨਵੀਂ ਨੀਤੀ ਲੈ ਕੇ ਆਵੇ, ਪਰ ਉਮੀਦਾਂ ਜ਼ਰੂਰ ਨੇ ਲੋਕਾਂ ਨੂੰ। ਸੋ ਦੇਖਦੇ ਹਾਂ ਕਿ ਸਰਕਾਰ ਅੱਗੇ ਕੀ ਕਦਮ ਪੁੱਟਦੀ ਹੈ। ਜੀ ਸੋ ਇਹਨਾਂ तमाम ਖਬਰਾਂ ਉੱਪਰ ਵਿਚਾਰ ਚਰਚਾ ਕਰਨ ਲਈ ਮਨਦੀਪ ਜੀ ਬਹੁਤ-ਬਹੁਤ ਧੰਨਵਾਦ ਜੀ। ਇਸ ਪ੍ਰੋਗਰਾਮ ਵਿੱਚ ਅਸੀਂ तमाम ਖਬਰਾਂ ਉੱਪਰ ਵਿਚਾਰ ਚਰਚਾ ਕੀਤੀ ਹੈ। ਇਸੇ ਤਰ੍ਹਾਂ ਰੋਜ਼ਾਨਾ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ। ਫਿਲਹਾਲ